ਲਾਈਟ ਹੈ ਇੱਕ ਇਲੈਕਟ੍ਰੋਮੈਗਨੈਟਿਕ ਵੇਵ ਹੈ। ਮੈਂ ਤੁਹਾਨੂੰ ਸਮਝਾਇਆ ਸੀ ਕਿ ਲਾਈਟ ਇੱਕ ਐਕਚੁਅਲ ਦੇ ਵਿੱਚ ਵੇਵ ਦੀ ਫਾਰਮ ਦੇ ਵਿੱਚ ਟਰੈਵਲ ਹੁੰਦੀ ਹੈ। ਹਰੇਕ ਬੱਚੇ ਨੇ 9th ਕਲਾਸ ਦੇ ਵਿੱਚ ਸਮਝਿਆ ਹੋਇਆ ਹੈ ਕਿ ਜਿਹੜਾ ਵੇਵ ਦਾ ਉੱਪਰਲਾ ਹਿੱਸਾ ਹੈ ਉਸਦਾ ਆਪਾਂ ਨੇ ਕੀ ਨਾਮ ਰੱਖਿਆ ਹੈ, ਕਰਸਟ। ਜੋ ਉਹਦਾ ਨਿਚਲਾ ਹਿੱਸਾ ਹੈ ਉਸਦਾ ਆਪਾਂ ਨੇ ਕੀ ਨਾਮ ਰੱਖਿਆ ਹੈ, ਟਰਫਟ। ਜਿਹੜੇ ਦੋ ਕੰਜ਼ੀਕਿਊਟਿਵ ਕਰਸਟ ਦੇ ਵਿਚਾਲੇ ਡਿਸਟੈਂਸ ਹੁੰਦਾ ਹੈ ਉਸਦਾ ਆਪਾਂ ਨੇ ਨਾਮ ਰੱਖਿਆ ਵੇਵਲੈਂਥ, ਵਿਚ ਇਜ਼ ਡਿਨੋਟਡ ਬਾਈ ਲੈਮਡਾ। ਇਸ ਤੋਂ ਇਲਾਵਾ ਹੋਰ ਆਪਣੀ ਕੀ ਚੀਜ਼ ਸਮਝੀ ਹੋਈ ਇਹਦੇ ਵਿੱਚ, ਜੇ ਇੱਕ ਵੇਵ ਨੂੰ ਕੰਪਲੀਟ ਹੋਣ ਦੇ ਵਿੱਚ ਜਿੰਨਾ ਟਾਈਮ ਲੱਗਦਾ ਹੈ ਉਹ ਹੁੰਦਾ ਸੀ ਟਾਈਮ ਪੀਰੀਅਡ ਵਿਚ ਇਜ਼ ਡਿਨੋਟਡ ਬਾਈ ਟੀ, ਤੇ ਇੱਕ ਫ੍ਰੀਕੁਐਂਸੀ ਐਫ, ਜਾਂ ਤਾਂ ਐਫ ਨਾਲ ਲਿਖਦੇ ਹੁੰਦੇ ਆ ਜਾਂ ਇਸ ਨੂੰ ਆਪਾਂ ਨਿਊ ਦੇ ਨਾਲ ਲਿਖਦੇ ਹਾਂ। ਫ੍ਰੀਕੁਐਂਸੀ ਦੇ ਬਾਰੇ ਆਪਾਂ ਨੇ ਕੀ ਸਮਝਿਆ ਹੈ, ਨੰਬਰ ਆਫ ਓਸੀਲੇਸ਼ਨਸ ਕੰਪਲੀਟਡ ਇਨ 1 ਸੈਕਿੰਡ ਇਜ਼ ਨੋਨ ਐਜ਼ ਇਟਸ ਫ੍ਰੀਕੁਐਂਸੀ, ਕਿ ਇੱਕ ਸੈਕਿੰਡ ਦੇ ਵਿੱਚ ਕਿੰਨੀਆਂ ਓਸੀਲੇਸ਼ਨਸ ਕੰਪਲੀਟ ਹੋ ਰਹੀਆਂ ਨੇ ਉਹੀ ਉਸਦੀ ਕੀ ਹੁੰਦੀ ਹੈ, ਫ੍ਰੀਕੁਐਂਸੀ। ਹਰੇਕ ਬੱਚੇ ਨੂੰ ਮੈਨੂੰ ਉਮੀਦ ਹੈ ਡੈਫੀਨੇਸ਼ਨਸ ਤਾਂ ਯਾਦ ਹੀ ਹੋਣਗੇ ਇਹਨਾਂ ਸਾਰਿਆਂ ਦੀ। ਹੁਣ ਦੇਖੋ ਆਪਾਂ ਨੇ ਕੀ ਸਮਝਣਾ ਇਹਦੇ ਵਿੱਚ, ਜਿਹੜੀ ਆਪਣੀ ਵਾਈਟ ਲਾਈਟ ਆ ਨਾ ਉਹਦੇ ਵਿੱਚ ਮੇਨਲੀ 7 ਕਲਰਸ ਹੁੰਦੇ ਨੇ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ। ਦੇਖੋ ਜਿਉਂ-ਜਿਉਂ ਆਪਾਂ ਵਾਇਲਟ ਤੋਂ ਰੈਡ ਵੱਲ ਮੂਵ ਹੁੰਦੇ ਆ ਤਾਂ ਜਿਹੜੀ ਵੇਵ ਲੈਂਥ ਹੈ ਉਹ ਲਗਾਤਾਰ ਕੀ ਹੁੰਦੀ ਰਹਿੰਦੀ ਹੈ, ਇਨਕਰੀਜ਼ ਹੁੰਦੀ ਰਹਿੰਦੀ ਹੈ। ਓਕੇ, ਲੇਕਿਨ ਜਿਹੜੀ ਫ੍ਰੀਕੁਐਂਸੀ ਹੈ ਉਹ ਲਗਾਤਾਰ ਕੀ ਕਰਦੀ ਰਹੂਗੀ, ਡਿਕਰੀਜ਼ ਹੁੰਦੀ ਰਹੂਗੀ। ਸਾਨੂੰ ਇਹਨਾਂ ਦੀਆਂ ਵੈਲਿਊ ਯਾਦ ਰੱਖਣ ਦੀ ਲੋੜ ਨਹੀਂ, ਵੈਸੇ ਦੀ ਰੇਂਜ ਹੁੰਦੀ ਹੈ 5000 ਆਰਮਸਟਰੋਂਗ ਤੋਂ ਲੈ ਕੇ 12000 ਆਰਮਸਟਰੋਂਗ, ਲੇਕਿਨ ਤੁਹਾਨੂੰ ਇਹ ਵੈਲਿਊਜ਼ ਯਾਦ ਨਹੀਂ ਰੱਖਣੀ ਹੈਗੀਆਂ, ਇਹ ਤਾਂ ਅਗਲੇ ਸਾਲ ਜਦੋਂ ਤੁਹਾਨੂੰ ਸਾਇੰਸ ਲਓਗੇ ਉਦੋਂ ਤੁਹਾਨੂੰ ਯਾਦ ਰੱਖਣ ਦੀ ਲੋੜ ਹੋਊਗੀ। ਸੋਨੇ ਸਿੰਪਲ ਇਹ ਯਾਦ ਰੱਖਣਾ ਕਿ ਵਾਇਲਟ ਤੋਂ ਰਹਿ ਕੇ ਜੇ ਆਪਾਂ ਰੈੱਡ ਦੇ ਵੱਲ ਮੂਵ ਹੁੰਦੇ ਆ ਤਾਂ ਜਿਹੜੀ ਵੇਵ ਲੈਂਥ ਹੈ ਇੰਕਰੀਜ਼ ਹੁੰਦੀ ਹੈ ਤੇ ਜਿਹੜੀ ਆਪਣੀ ਫ੍ਰੀਕੁਐਂਸੀ ਹੈ ਡਿਕਰੀਜ਼ ਹੁੰਦੀ ਹੈ। ਓਬਵੀਅਸਲੀ ਜਿੰਨੀ ਜ਼ਿਆਦਾ ਵੇਵ ਲੈਂਥ ਹੋਊਗੀ ਵੇਵ ਨੂੰ ਕੰਪਲੀਟ ਹੋਣ ਦੇ ਵਿੱਚ ਟਾਈਮ ਓਨਾ ਹੀ ਜ਼ਿਆਦਾ ਲੱਗੂਗਾ ਤੇ ਅਲਟੀਮੇਟਲੀ ਜਿਹੜੀ ਉਹਦੀ ਫ੍ਰੀਕੁਐਂਸੀ ਹੈ ਦੈਟ ਵਿਲ ਗੈਟ ਡਿਕਰੀਜ਼ਡ। ਹੁਣ ਇਹ ਜਿਹੜੀਆਂ ਮੈਂ ਟਰਮ ਸਮਝਾ ਰਿਹਾ ਇਹਨਾਂ ਦਾ ਯੂਜ਼ ਹੋਣੇ ਨੂੰ ਆਪਣੇ ਯਾਦ ਰੱਖਣਾ। ਤੇ ਇੱਕ ਹਰੇਕ ਨੂੰ ਰਿਫਰੈਕਟਿਵ ਇੰਡੈਕਸ ਵੀ ਹੁੰਦਾ, ਹਰੇਕ ਬੱਚੇ ਨੂੰ ਸਮਝਾਇਆ ਹੋਇਆ ਰਿਫਰੈਕਟਿਵ ਇੰਡੈਕਸ ਕੀ ਹੁੰਦਾ ਸੀ, ਰੇਸ਼ੋ ਆਫ ਸਪੀਡ ਆਫ ਲਾਈਟ ਇਨ ਫਸਟ ਮੀਡੀਅਮ ਟੂ ਸੈਕਿੰਡ ਮੀਡੀਅਮ, ਇਹ ਕੀ ਹੁੰਦਾ ਸੀ ਆਪਣਾ ਰਿਫਰੈਕਟਿਵ ਇੰਡੈਕਸ। ਓਕੇ, ਹੁਣ ਦੇਖੋ ਤੁਹਾਨੂੰ ਯਾਦ ਹੈ ਇੱਕ ਵਾਰ ਆਪਾਂ ਨੂੰ 6th 7th ਦੇ ਵਿੱਚ ਆਉਂਦਾ ਹੁੰਦਾ ਸੀ ਰੋਟੇਟਿੰਗ ਵੀਲ, ਉਹ 'ਚ ਆਪਾਂ ਨੂੰ ਕੀ ਸਮਝਾਉਂਦੇ ਹੁੰਦੇ ਸੀ, ਇੱਕ ਵੀਲ ਹੈ ਉਹਦੇ ਉੱਤੇ 7 ਕਲਰਸ ਨੇ, ਇਸ ਲੋਟ ਸੈਕਟਰ ਦੇ ਵਿੱਚ ਡਿਵਾਈਡ ਹੋ ਰਹੇ ਨੇ, ਇੱਕ ਤੇ ਰੰਗ ਹੈਗਾ ਵਾਇਲਟ, ਇੱਕ ਤੇ ਹੈਗਾ ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈੱਡ। ਉਹਦੇ ਵਿੱਚ ਸਾਨੂੰ ਟੀਚਰ ਸਮਝਾਉਂਦੇ ਹੁੰਦੇ ਸੀ ਕਿ ਜੇ ਇਹ ਹਾਈ ਸਪੀਡ ਤੇ ਰੋਟੇਟ ਹੋ ਜੇ ਤਾਂ ਇਹਦਾ ਰੰਗ ਆਪਾਂ ਨੂੰ ਸਫੇਦ ਅਪੀਅਰ ਹੁੰਦਾ ਹੈ। ਇਹਦਾ ਕੀ ਰੀਜ਼ਨ ਹੁੰਦਾ ਹੈ ਕਿ ਜੇ ਨਾ ਸੱਤੋਂ ਰੰਗ 7 ਕਲਰਸ ਇੱਕੋ ਹੀ ਸਪੀਡ ਤੇ ਮੂਵ ਹੋਣ ਤਾਂ ਜਿਹੜਾ ਆਪਣਾ ਬ੍ਰੇਨ ਹੈਗਾ ਉਹਨਾਂ ਕਲਰਸ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਸਕਦਾ। ਆਪਾਂ ਨੂੰ ਇਹ ਅਪੀਅਰ ਹੋਊਗਾ ਕਿ ਸਾਰੇ ਹੀ ਰੰਗੋ ਇੱਕ ਨੇ, ਆਪਾਂ ਨੂੰ ਜਿਹੜਾ ਡਿਸਕ ਦਾ ਸ਼ੇਪ ਹੈ, ਰੰਗ ਹੈ, ਉਹਦਾ ਆਪਾਂ ਨੂੰ ਸਫੇਦ ਅਪੀਅਰ ਹੋਊਗਾ। ਹੁਣ ਦੇਖੋ ਬੱਚੋ ਕੀ ਹੁੰਦਾ, ਜਿਹੜਾ ਵੈਕਿਊਮ ਹੈ ਨਾ, ਵੈਕਿਊਮ ਦੇ ਵਿੱਚ ਹਰੇਕ ਇਲੈਕਟ੍ਰੋਮੈਗਨੈਟਿਕ ਵੇਵ ਦੀ ਸਪੀਡ ਸੇਮ ਰਹਿੰਦੀ ਹੈ, ਜੋ ਕਿ ਆਪਾਂ ਨੇ ਹੁਣ ਰੱਟ ਰੱਖੀ ਹੈ 3 × 10⁸ ਵੈਕਿਊਮ ਦੇ ਵਿੱਚ ਹਰੇਕ ਲਾਈਟ ਦੀ ਸਪੀਡ ਇੰਨੀ ਹੀ ਹੋਣੀ ਹੈ, ਨਾ ਇਹ ਤੋਂ ਘੱਟ ਨਾ ਇਹ ਤੋਂ ਜ਼ਿਆਦਾ। ਤਾਂ ਕੀ ਲੱਗੂਗਾ, ਜਦੋਂ ਸੱਤੋਂ ਰੰਗ ਇੱਕੋ ਹੀ ਸਪੀਡ ਤੇ ਆਣਗੇ ਤਾਂ ਆਪਾਂ ਨੂੰ ਲਾਈਟ ਕੀ ਅਪੀਅਰ ਹੁੰਦਾ, ਵਾਈਟ ਅਪੀਅਰ ਹੁੰਦਾ। ਹੁਣ ਆਪਾਂ ਦੇਖਦੇ ਵੀ ਹਾਂ ਜਿਹੜੇ ਆਪਾਂ ਨੂੰ ਸਟਾਰਸ ਨੇ ਜਾਂ ਹੋਰ ਨੇ ਸਪੇਸ ਦੇ ਵਿੱਚ ਸੂਰਜ ਦੀ ਰੋਸ਼ਨੀ ਹੈ ਤਾਂ ਆਪਾਂ ਨੂੰ ਸਫੇਦ ਰੰਗ ਦੀ ਅਪੀਅਰ ਹੁੰਦੀ ਹੈ, ਵਾਈਟ ਕਲਰ ਦੀ ਅਪੀਅਰ ਹੁੰਦੀ ਹੈ। ਰੀਜ਼ਨ ਕੀ ਹੈ, ਕਿਉਂਕਿ ਵੈਕਿਊਮ ਦੇ ਵਿੱਚ ਉਹਨਾਂ ਸਾਰਿਆਂ ਕਲਰਸ ਦੀ ਜਿਹੜੀ ਸਪੀਡ ਹੈ ਉਹ ਸੇਮ ਹੈ ਤੇ ਆਪਾਂ ਨੂੰ ਆਪਟੀਕਲ ਇਲੂਜ਼ਨ ਕੀ ਹੁੰਦਾ, ਨਹੀਂ ਅਲੱਗ-ਅਲੱਗ ਰੰਗ ਨਹੀਂ ਹੈਗੇ, ਇੱਕੋ ਹੀ ਰੰਗ ਹੈ, ਦੈਟ ਇਜ਼ ਦਾ ਵਾਈਟ ਕਲਰ। ਲੇਕਿਨ ਜੇ ਆਪਾਂ ਇਸ ਵਾਈਟ ਲਾਈਟ ਨੂੰ, ਜੋ ਕਿ ਐਕਚੁਅਲ ਦੇ ਵਿੱਚ ਵਾਈਟ ਨਹੀਂ ਹੈਗੀ, ਇੱਕ ਆਪਟੀਕਲ ਇਲੂਜ਼ਨ ਹੈ, ਉਹਨੂੰ ਜੇ ਆਪਾਂ ਕਿਸੇ ਅਜਿਹੇ ਮੀਡੀਅਮ ਦੇ ਵਿੱਚ ਪਾਸ ਆਪਾਂ ਕਰਾ ਦਈਏ ਜਿਹਦੇ ਨਾਲ ਹਰੇਕ ਲਾਈਟ ਦੀ ਸਪੀਡ ਅਲੱਗ-ਅਲੱਗ ਹੋ ਜੇ ਤਾਂ ਕੀ ਹੋਊਗਾ, ਤਾਂ ਆਪਾਂ ਨੂੰ ਇੱਕ ਰੰਗ ਨਹੀਂ ਦਿਖਾਈ ਦੇਣਾ, ਆਪਾਂ ਨੂੰ ਇੱਕ ਤੋਂ ਜ਼ਿਆਦਾ ਰੰਗ ਦਿਖਾਈ ਦੇਣਗੇ। ਮੀਨਸ ਆਪਾਂ ਨੂੰ ਲੱਗੂਗਾ ਕਿ ਜਿਹੜੀ ਵਾਈਟ ਲਾਈਟ ਹੈ ਉਹ ਇੱਕ ਤੋਂ ਜ਼ਿਆਦਾ ਰੰਗਾਂ ਦੇ ਵਿੱਚ ਸਪਲਿਟ ਹੋ। ਇਸੇ ਫਿਨੋਮੀਨੋਨ ਦਾ ਆਪਾਂ ਨੇ ਕੀ ਨਾਮ ਰੱਖਿਆ ਹੁੰਦਾ ਹੈ, ਡਿਸਪਰਜਨ ਆਫ ਲਾਈਟ। ਇਹਦੇ ਵਿੱਚ ਦੇਖੋ
ਇਹਦੇ ਵਿੱਚ ਆਪਾਂ ਨੂੰ ਕੁਝ ਤਾਂ ਨੈਚੁਰਲ ਐਗਜ਼ਾਮਪਲਸ ਆਉਣਗੀਆਂ, ਜਿਵੇਂ ਰੇਨਬੋ ਫਾਰਮੇਸ਼ਨ ਦੀ ਹੋ ਗਈ, ਸੀ ਫਾਰਮੇਸ਼ਨ ਦੀ ਹੋ ਗਈ, ਇਹਨੂੰ ਆਪਾਂ ਨੇ ਸਮਝਣਾ ਹੈ। ਤੇ ਨਾਲ ਨਾਲ ਆਪਾਂ ਨੂੰ ਇਹਦੇ ਵਿੱਚ ਕੁਝ ਲੈਬੋਰੇਟਰੀ ਦੀਆਂ ਵੀ ਐਗਜ਼ਾਮਪਲਸ ਆਉਣਗੀਆਂ, ਜਿਹਦੇ ਵਿੱਚ ਕੀ ਹੋਊਗਾ ਕਿ ਵਾਈਟ ਲਾਈਟ ਦੇ ਪਾਥ ਦੇ ਵਿੱਚ ਆਪਾਂ ਕਿਸੇ ਪ੍ਰਿਜ਼ਮ ਨੂੰ ਪਲੇਸ ਆਪਾਂ ਕਰ ਦਾਂਗੇ, ਜਿਉਂ ਹੀ ਉਹਦੇ ਵਿੱਚੋਂ ਵਾਈਟ ਲਾਈਟ ਪਾਸ ਹੋਊਗੀ ਉਹ 7 ਰੰਗਾਂ ਦੇ ਵਿੱਚ ਡਿਵਾਈਡ ਹੋ ਜਾਊ। ਤੇ ਉਹ 'ਚ ਅੱਗੇ ਆਪਾਂ ਕੀ ਸਿੱਖਾਂਗੇ ਕਿ ਉਹਦੇ ਵਿੱਚ ਐਂਗਲ ਆਫ ਡਿਵੀਏਸ਼ਨ ਦਾ ਕੀ ਹੁੰਦਾ ਮੀਨਿੰਗ, ਐਂਗਲ ਆਫ ਪ੍ਰਿਜ਼ਮ ਕੀ ਹੁੰਦਾ ਹੈ, ਤੇ ਕਿਹੜੇ ਕਿਹੜੇ ਫੈਕਟਰਸ ਉੱਤੇ ਐਂਗਲ ਆਫ ਡਿਵੀਏਸ਼ਨ ਡਿਪੈਂਡ ਹੁੰਦਾ। ਓਕੇ, ਤਾਂ ਨੰਬਰ 1 ਆਪਣੀ ਨੋਟਬੁੱਕ ਦੇ ਉੱਤੇ ਬੱਚੋ ਹੈਡਿੰਗ ਬਣਾਓ ਡਿਸਪਰਜਨ ਆਫ ਲਾਈਟ, ਡਿਸਪਰਜਨ ਆਫ ਲਾਈਟ। ਤਾਂ ਇਹ 'ਚ ਲਿਖੋ ਇਟ ਇਜ਼ the phenomenon, it is the phenomenon of splitting of white light into 7 colors is known as, वैसे it is दिखता इन्ना को किया बस, into 7 colors, कि ਇਹ ਉਹ ਫਿਨੋਮੀਨੋਨ ਹੈ ਜਿਹਦੇ ਵਿੱਚ ਜਿਹੜੀ ਆਪਣੀ ਵਾਈਟ ਲਾਈਟ ਹੈ 7 ਰੰਗਾਂ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ, ਤੇ ਇਸ ਫਿਨੋਮੀਨੋਨ ਦਾ ਆਪਾਂ ਨੇ ਕੀ ਨਾਮ ਰੱਖਤਾ ਡਿਸਪਰਜਨ ਆਫ ਲਾਈਟ। ਹੁਣ ਡਿਸਪਰਜਨ ਆਫ ਲਾਈਟ ਦੇ ਮੈਂ ਤੁਹਾਨੂੰ ਹੁਣੇ ਕੀ ਕਿਹਾ ਕਿ ਆਪਾਂ ਨੂੰ 2 ਐਗਜ਼ਾਮਪਲ ਜਾਣਗੀਆਂ, ਇੱਕ ਤਾਂ ਨੈਚੁਰਲ ਆਣਗੀਆਂ, ਇੱਕ ਆਪਾਂ ਨੂੰ ਆਰਟੀਫੀਸ਼ੀਅਲ। ਸਭ ਤੋਂ ਪਹਿਲਾਂ ਆਪਣੇ ਆਰਟੀਫੀਸ਼ੀਅਲ ਡਿਸਪਰਜਨ ਆਫ ਲਾਈਟ ਨੂੰ ਸਮਝਣਾ, ਜਿਹਦੇ ਵਿੱਚ ਆਪਾਂ ਨੂੰ ਪ੍ਰਿਜ਼ਮ ਦੀ ਐਗਜ਼ਾਮਪਲ ਹੈ। ਹੁਣ ਦੇਖੋ ਪ੍ਰਿਜ਼ਮ ਹਰੇਕ ਬੱਚੇ ਨੇ ਦੇਖਿਆ ਹੋਇਆ, ਮੈਂ ਤੁਹਾਨੂੰ ਲੈਬ 'ਚ ਦਿਖਾਊਂਗਾ। ਦੇਖੋ ਇੱਕ ਟ੍ਰਾਇੰਗੂਲਰ ਇਹਦਾ ਬੇਸ ਹੁੰਦਾ, ਜਿਸ ਨੂੰ ਆਪਾਂ ਨਾਮ ਰੱਖ ਦਿੰਦੇ ਹੁੰਦੇ ਆ ABC। ਓਕੇ, ਮੰਨ ਲਓ ਹਜੇ ਮੈਂ ਇਹਦੇ ਵਿੱਚ ਸਿੰਗਲ ਵੇਵ ਲੈਂਥ ਦੀ ਲਾਈਟ ਲੈ ਰਿਹਾ, ਮੰਨ ਲਓ ਮੈਂ ਰੈੱਡ ਲਾਈਟ ਲੈ ਰਿਹਾ, ਹੁਣ ਤਾਂ ਰੈੱਡ ਲਾਈਟ ਹੈ, ਸਿੰਗਲ ਵੇਵ ਲੈਂਥ ਹੈ, ਇਹਨੇ ਤਾਂ 7 ਰੰਗਾਂ 'ਚ ਡਿਵਾਈਡ ਨਹੀਂ ਹੋਣਿਆ। ਹਜੇ ਆਪਾਂ ਸਿੰਪਲ ਇਹ ਸਮਝ ਰਹੇ ਹਾਂ ਕਿ ਜਦੋਂ ਕੋਈ ਸਿੰਗਲ ਵੇਵ ਲੈਂਥ ਦੀ ਲਾਈਟ ਪ੍ਰਿਜ਼ਮ ਦੇ ਵਿੱਚ ਪਾਸ ਹੁੰਦੀ ਹੈ ਤਾਂ ਉਹਦਾ ਰਿਫਰੈਕਸ਼ਨ ਦਾ ਕੀ ਵੇ ਹੁੰਦਾ। ਦੇਖੋ ਹੁਣ ਇੱਧਰ ਸਮਝੋ, ਰੈੱਡ ਲਾਈਟ ਆ ਰਹੀ ਹੈ, ਮੰਨ ਲਓ ਇਹ ਹੈਗਾ ਵੈਕਿਊਮ, ਓਬਵੀਅਸਲੀ ਇਹ ਕੀ ਹੋ ਗਿਆ, ਰੇਅਰਰ ਹੋ ਗਿਆ। ਜਦੋਂ ਲਾਈਟ ਰੇਅਰਰ ਤੋਂ ਡੈਂਸਰ ਤੇ ਆਊਗੀ ਤਾਂ ਕੀ ਹੋਊਗਾ, ਇਟ ਵਿਲ ਬੈਂਟ ਟੂਵਰਡਸ ਦਾ ਨੋਰਮਲ। ਓਕੇ, ਮੰਨ ਲਓ ਉਰੇ ਇੱਕ ਨੋਰਮਲ ਡਰੋ ਹੁੰਦਾ, ਉਸਦਾ ਆਪਾਂ ਨਾਮ ਰੱਖ ਦਿੰਦੇ ਹਾਂ N1। ਲਾਈਟ ਆਪਣੀ ਹੋਗੀ ਬੈਂਟ ਟੂਵਰਡਸ ਦਾ ਨੋਰਮਲ। ਜਦੋਂ ਲਾਈਟ ਆਪਣੀ ਸੈਕਿੰਡ ਫੇਜ਼ ਤੇ ਸਟ੍ਰਾਈਕ ਹੁੰਦੀ ਹੈ ਤਾਂ ਉਰੇ ਅਗੇਨ ਇੱਕ ਹੋਰ ਨੋਰਮਲ ਡਰੋ ਹੋ ਜਾਊਗਾ, ਉਹ ਹੈਗਾ ਨੋਰਮਲ N2। ਹੁਣ ਲਾਈਟ ਟਰੈਵਲ ਹੋ ਰਹੀ ਹੈ, ਡੈਂਸਰ ਤੋਂ ਰੇਅਰਰ ਹੋ ਰਹੀ ਹੈ, ਤਾਂ ਕੀ ਹੋ ਜਾਊਗਾ, ਇਟ ਵਿਲ ਬੈਂਟ ਅਵੇ ਫਰੋਮ ਦਾ ਨੋਰਮਲ। ਆਈ ਹੋਊਗਾ ਨਾ ਰਿਫਰੈਕਸ਼ਨ ਦਾ ਵੇ। ਜੇ ਇਹ ਲਾਈਟ ਰਿਫਰੈਕਟ ਨਾ ਹੋਈ ਹੁੰਦੀ ਤਾਂ ਇਸਨੇ ਇਸ ਪਾਥ ਤੋਂ ਓਰੀਜੀਨੇਟ ਹੋਣਾ ਸੀ। ਜੇ ਇਹ ਲਾਈਟ ਰਿਫਰੈਕਟ ਨਾ ਹੋਈ ਹੁੰਦੀ ਤਾਂ ਆਪਾਂ ਨੂੰ ਐਂ ਪੇਰ ਹੁੰਦਾ ਕਿ ਇਹ ਇਸ ਪਾਥ ਤੋਂ ਆ ਰਹੀ ਹੈ। ਇਹ ਤਾਂ ਹੋ ਗਈ ਆਪਣੀ ਇਨਸੀਡੈਂਟ ਰੇ, ਇਸ ਦੀ 2 ਵਾਰ ਰਿਫਰੈਕਸ਼ਨ ਹੋਈ ਹੈ ਤਾਂ ਇਹਦਾ ਆਪਾਂ ਕੀ ਨਾਮ ਰੱਖਦੇ ਹੁੰਦੇ ਸੀ, ਇਮਰਜੈਂਟ ਰੇ। ਜਿਹੜੀ ਇਨਸੀਡੈਂਟ ਰੇ ਤੇ ਇਮਰਜੈਂਟ ਰੇ ਦੇ ਵਿੱਚ ਐਂਗਲ ਆ ਨਾ, ਉਸ ਨੂੰ ਆਪਾਂ ਡਿਨੋਟ ਕਰਦੇ ਹਾਂ ਡੈਲਟਾ ਦੇ ਨਾਲ, ਤੇ ਡੈਲਟਾ ਦਾ ਮਤਲਬ ਕੀ ਹੁੰਦਾ ਉਰੇ, ਐਂਗਲ ਆਫ ਡੇਵੀਏਸ਼ਨ, ਕਿ ਜਿਹੜੀ ਲਾਈਟ ਹੈ ਇੰਨੇ ਐਂਗਲ ਤੇ ਡੇਵੀਏਟ ਹੋ ਗਈ। ਫਿਰ ਤੋਂ ਸਮਝ ਲਓ, ਮੇਰੇ ਲਵੇ ਕੋਈ ਪ੍ਰਿਜ਼ਮ ਹੈ ABC, ਕੋਈ ਮੋਨੋਕ੍ਰੋਮੈਟਿਕ ਲਾਈਟ ਆ ਰਹੀ ਹੈ। ਮੋਨੋਕ੍ਰੋਮੈਟਿਕ ਲਾਈਟ ਦਾ ਮੀਨਿੰਗ ਕੀ ਹੁੰਦਾ, ਸਿੰਗਲ ਵੇਵ ਲੈਂਥ ਦੀ ਲਾਈਟ ਜਿਹਦੇ ਵਿੱਚ ਸਿੰਪਲ ਇੱਕੋ ਹੀ ਰੰਗ ਹੋਵੇ, ਜਾਂ ਤਾਂ ਰੈੱਡ ਹੋਵੇ ਜਾਂ ਕੱਲਾ ਬਲੂ ਹੋਵੇ ਜਾਂ ਕੱਲਾ ਗ੍ਰੀਨ ਹੋਵੇ, ਯਾਨੀ ਕਿ ਸਿੰਗਲ ਵੇਵ ਲੈਂਥ ਦੀ ਲਾਈਟ ਹੈ। ਮਤਲਬ ਉਹ ਫੇਸ AB ਦੇ ਨਾਲ ਸਟ੍ਰਾਈਕ ਹੋਈ, ਜਿਉਂ ਹੀ ਲਾਈਟ ਆਪਣੇ AB ਫੇਸ ਦੇ ਨਾਲ ਸਟ੍ਰਾਈਕ ਹੋਊਗੀ ਤਾਂ ਆਪਾਂ ਜਾਣਦੇ ਹਾਂ ਲਾਈਟ ਰੇਅਰਰ ਤੋਂ ਡੈਂਸਰ ਦੇ ਵੱਲ ਮੂਵ ਹੋ ਰਹੀ ਹੈ, ਦੈਨ ਇਟ ਵਿਲ ਬੈਂਟ ਟੂਵਰਡਸ ਦਾ ਨੋਰਮਲ। ਨੋਰਮਲ ਦੇ ਟੂਵਰਡਸ ਬੈਂਟ ਹੋਣ ਤੋਂ ਬਾਅਦ ਇਹ ਸਰਫੇਸ BC ਦੇ ਨਾਲ ਸਟ੍ਰਾਈਕ ਹੋਊਗੀ। ਹੁਣ ਜਿਹੜੀ ਬੱਚੋਂ ਲਾਈਟ ਹੈ ਇਹ ਐਂਟਰ ਹੋ ਰਹੀ ਹੈ ਡੈਂਸਰ ਤੋਂ ਰੇਅਰਰ, ਤਾਂ ਕੀ ਹੋ ਜਾਊਗਾ, ਇਟ ਵਿਲ ਬੈਂਟ ਅਵੇ ਫਰੋਮ ਦਾ ਨੋਰਮਲ। ਜਿਸ ਲਾਈਟ ਦੀ 2 ਵਾਰ ਰਿਫਰੈਕਸ਼ਨਸ ਹੁੰਦੀਆਂ ਨੇ ਕੰਜ਼ੀਕਿਊਟਿਵ, ਉਸਦਾ ਆਪਾਂ ਨੇ ਕੀ ਨਾਮ ਰੱਖਿਆ ਹੁੰਦਾ, ਇਮਰਜੈਂਟ ਰੇ। ਹੁਣ ਇਹ ਹੈਗੀ ਇਨਸੀਡੈਂਟ ਰੇ, ਇਹ ਹੈਗੀ ਇਮਰਜੈਂਟ ਰੇ।
ਜਿਹੜਾ ਇੰਸੀਡੈਂਟ ਰੇ ਤੇ ਇਮਰਜੈਂਟ ਰੇ ਦੇ ਵਿਚਾਲੇ ਐਂਗਲ ਫਾਰਮ ਹੁੰਦਾ ਹੈ ਉਸਦਾ ਆਪਾਂ ਨੇ ਕੀ ਨਾਮ ਰੱਖਿਆ ਹੁੰਦਾ ਐਂਗਲ ਆਫ ਡੇਵੀਏਸ਼ਨ। ਓਕੇ, ਹੁਣ ਜਿਹੜਾ ਐਂਗਲ ਆਫ ਡੇਵੀਏਸ਼ਨ ਹੈ, ਐਂਗਲ ਆਫ ਡੇਵੀਏਸ਼ਨ ਇਹ ਕਿਹੜੇ ਫੈਕਟਰਸ ਦੇ ਉੱਤੇ ਡਿਪੈਂਡ ਹੁੰਦਾ ਹੈ। ਤਾਂ ਦੇਖੋ ਕੀ ਕੀ ਹੁੰਦਾ। ਨੰਬਰ 1, ਇਹ ਡਿਪੈਂਡ ਹੁੰਦਾ ਐਂਗਲ ਆਫ ਦ ਇਨਸੀਡੈਂਸ। ਸੈਕਿੰਡ ਇਹ ਹੁੰਦਾ ਡਿਪੈਂਡ ਐਂਗਲ ਆਫ ਪ੍ਰਿਜ਼ਮ। ਥਰਡ ਇਹ ਡਿਪੈਂਡ ਹੈਗਾ ਵੇਵਲੈਂਥ। ਫੋਰਥ ਇਹ ਡਿਪੈਂਡਡ ਹੈਗਾ ਰਿਫਰੈਕਟਿਵ ਇੰਡੈਕਸ। ਫਿਰ ਤੋਂ ਸਮਝ ਲਓ ਕਿ ਜਿਹੜਾ ਆਪਣਾ ਐਂਗਲ ਆਫ ਡੇਵੀਏਸ਼ਨ ਹੈ ਇਹ 4 ਫੈਕਟਰਸ ਦੇ ਉੱਤੇ ਡਿਪੈਂਡੈਂਟ ਹੈ। ਇੱਕ ਦਾ ਨਾਮ ਹੈ ਐਂਗਲ ਆਫ ਇਨਸੀਡੈਂਸ, ਸੈਕਿੰਡ ਹੈ ਐਂਗਲ ਆਫ ਪ੍ਰਿਜ਼ਮ, ਥਰਡ ਹੈ ਵੇਵਲੈਂਥ, 4 ਹੈ ਰਿਫਰੈਕਟਿਵ ਇੰਡੈਕਸ। ਓਕੇ, ਹੁਣ ਇਹਨਾਂ ਦਾ ਇਹਦੇ ਨਾਲ ਕਿਵੇਂ ਰਿਲੇਸ਼ਨ ਹੈ, ਡਾਇਰੈਕਟ ਰਿਲੇਸ਼ਨ ਹੈ, ਇਨਵਰਸ ਰਿਲੇਸ਼ਨ ਹੈ, ਉਸ ਚੀਜ਼ ਨੂੰ ਸਮਝੋ। ਦੇਖੋ ਜਿਹੜਾ ਇਹਨਾਂ ਦੇ ਵਿੱਚ ਹੁੰਦਾ ਰਿਲੇਸ਼ਨ ਆਪਣੇ ਵੇ ਡੈਲਟਾ ਇਜ਼ ਇਕੁਅਲ ਟੂ 2i ਮਾਈਨਸ a। ਇਸ ਫਾਰਮੂਲੇ ਦੀ ਡੈਰੀਵੇਸ਼ਨ ਆਪਾਂ ਨੇ ਯਾਦ ਨਹੀਂ ਰੱਖਣੀ, ਲੇਕਿਨ ਇਸ ਇਕੁਏਸ਼ਨ ਨੂੰ ਯਾਦ ਰੱਖ ਲਓ। ਵੈਸੇ ਤਾਂ ਇਹ ਇਕੁਏਸ਼ਨ ਵੀ ਆਪਾਂ ਨੂੰ ਸਿਲੇਬਸ 'ਚ ਨਹੀਂ ਹੈਗੀ, ਲੇਕਿਨ ਜੇ ਤੁਹਾਡੇ ਇਕੁਏਸ਼ਨ ਯਾਦ ਰਹਿੰਦੀ ਹੈ ਨਾ ਤਾਂ ਇਹਦੇ ਨਾਲ ਤੁਹਾਡੇ ਲਵੇ ਕਾਫੀ ਜ਼ਿਆਦਾ ਜਿਹੜੀਆਂ ਟਰਮਸ ਨੇ ਕਲੀਅਰ ਹੋ ਜਾਣਗੀਆਂ। ਕਿ ਜਿਹੜਾ ਐਂਗਲ ਆਫ ਡੇਵੀਏਸ਼ਨ ਹੁੰਦਾ ਉਹ ਇਕੁਅਲ ਹੁੰਦਾ ਟਵਾਈਸ ਆਫ ਐਂਗਲ ਇਨਸੀਡੈਂਸ ਮਾਈਨਸ a ਉਰੇ ਕੀ ਹੈ ਐਂਗਲ ਆਫ ਪ੍ਰਿਜ਼ਮ। ਹੁਣ ਆਪਾਂ ਕੱਲੇ ਨੂੰ ਥੋੜਾ ਜਿਹਾ ਡਿਟੇਲ 'ਚ ਸਮਝਦੇ ਹਾਂ। ਦੇਖੋ ਅਗੇਨ ਉਰੇ ਮੇਰਾ ਇੱਕ ਪ੍ਰਿਜ਼ਮ ਡਰਾ ਹੋ ਰਿਹਾ, ਇਸਦਾ ਆਪਾਂ ਨਾਮ ਰੱਖਤਾ ਬੱਚੇ A B C। ਜਿਹੜਾ ਇਹ ਵਰਟੈਕਸ ਤੇ ਐਂਗਲ ਹੁੰਦਾ ਨਾ ਇਹੀ ਕੀ ਹੁੰਦਾ ਆਪਣਾ ਐਂਗਲ ਆਫ ਪ੍ਰਿਜ਼ਮ। ਜਦੋਂ ਮੈਂ B ਦੀ ਲਿਖਤਾ ਤਾਂ ਮੈਂ ਫਾਰਮੂਲੇ 'ਚ ਕੀ ਲਿਖ ਦੂੰਗਾ B, ਜੇ C ਹੁੰਦਾ ਤਾਂ ਕੀ ਲਿਖ ਦਿੰਦਾ C। ਜਿਹੜਾ ਵਰਟੈਕਸ ਤੇ ਐਂਗਲ ਹੈ ਉਹੀ ਆਪਣਾ ਕੀ ਹੁੰਦਾ ਐਂਗਲ ਆਫ ਪ੍ਰਿਜ਼ਮ। ਆਪਾਂ ਨੂੰ ਲੇਕਿਨ ਜੋ ਸਿਲੇਬਸ 'ਚ ਹੈ ਉਹ ਇਕੁਅਲ ਟ੍ਰਾਇੰਗਲ ਹੈ। ਜੋ ਵੀ ਆਪਣੇ ਲੈਬ ਦੇ ਵਿੱਚ ਪ੍ਰਿਜ਼ਮ ਯੂਜ਼ ਹੋਣਗੇ ਉਹਦੇ ਵਿੱਚ ਟ੍ਰਾਇੰਗੂਲਰ ਦਾ ਬੇਸ ਹਮੇਸ਼ਾ ਇਕੁਇਲੇਟਰਲ ਰਹਿਣਾ। ਤਾਂ ਮੀਨਸ ਜਿੰਨਾ ਐਂਗਲ A ਆ ਉਨਾ ਹੀ B ਹੋਣਾ ਉਨਾ ਹੀ C ਹੋਣਾ, ਤਾਂ ਆਪਾਂ ਨੂੰ ਕੋਈ ਚੱਕਰ ਨਹੀਂ। ਲੇਕਿਨ ਜਦੋਂ ਹਾਇਰ ਕਲਾਸਿਸ 'ਚ ਜਾਓਗੇ ਤਾਂ ਉੱਥੇ ਥੋੜੀ ਜਿਹੀ ਆਈਸੋਸੈਲਸ ਟ੍ਰਾਇੰਗਲ ਹੋ ਗਿਆ, ਸਕੇਲਨ ਟ੍ਰਾਇੰਗਲਸ ਹੋ ਗਿਆ, ਉਹ ਜਿਹੇ ਸ਼ੇਪ ਦੇ ਵੀ ਪ੍ਰਿਜ਼ਮ ਹੁੰਦੇ ਨੇ, ਉਹਨਾਂ ਦੇ ਰਿਜ਼ਲਟ ਅਲੱਗ-ਅਲੱਗ ਆਉਂਦੇ ਹੁੰਦੇ ਨੇ। ਤਾਂ ਹਜੇ ਆਪਣੀ ਅਜ਼ੰਪਸ਼ਨ ਇਹ ਹੈ ਕਿ ਸਾਰੇ ਇਕੁਅਲੇਟਰ ਟ੍ਰਾਇੰਗਲ ਹੈ, ਤਾਂ ਜੋ ਐਂਗਲ ਆ ਹੈ ਉਹੀ ਐਂਗਲ ਇਹ ਹੋਣਾ, ਉਹੀ ਐਂਗਲ ਇਹ ਹੋਣਾ। ਓਕੇ, ਤਾਂ ਜੋ ਉਰੇ ਐਂਗਲ ਹੈ ਉਹੀ ਕੀ ਹੁੰਦਾ ਆਪਣਾ ਐਂਗਲ ਆਫ ਪ੍ਰਿਜ਼ਮ। ਆਈ ਕੀ ਹੈ ਜਿੰਨੇ ਐਂਗਲ ਤੇ ਲਾਈਟ ਆਪਣੀ ਸਟ੍ਰਾਈਕ ਹੋਈ ਹੈ, ਐਂਗਲ ਆਫ ਇਨਸੀਡੈਂਸ। ਹੁਣ ਇਸ ਨੂੰ ਦੇਖੋ ਆਰਾਮ ਨਾਲ ਆਪਾਂ ਨੇ ਸਮਝਣਾ। ਦੇਖੋ ਡੈਲਟਾ ਆਈ ਦੇ ਨਾਲ ਸੋਚ ਕੇ ਆਨਸਰ ਹੋਵੇ ਮੈਨੂੰ ਕਿ ਮੈਨੂੰ ਇੰਕਰੀਜ਼ ਜਾਂ ਤਾਂ ਤੁਹਾਨੂੰ ਲਿਖਣਾ ਆਈ ਜਾਂ ਤੁਹਾਨੂੰ ਲਿਖਣਾ ਡੀ। ਆਈ ਮੀਨਸ ਇੰਕਰੀਜ਼, ਡੀ ਮਤਲਬ ਡਿਕਰੀਜ਼। ਮੈਨੂੰ ਆਨਸਰ ਦਿਓ ਕਿ ਜੇ ਐਂਗਲ ਆਫ ਇਨਸੀਡੈਂਸ ਇੰਕਰੀਜ਼ ਹੋਊਗਾ ਤੁਹਾਡੇ ਅਕੋਰਡਿੰਗ ਐਂਗਲ ਆਫ ਡੇਵੀਏਸ਼ਨ ਇੰਕਰੀਜ਼ ਹੋਊਗਾ ਕਿ ਡਿਕਰੀਜ਼ ਹੋਊਗਾ, ਇਸ ਦਾ ਆਨਸਰ ਦਿਓ ਪਹਿਲਾਂ ਸਾਰੇ ਬੱਚੇ। ਸਟੇਟਮੈਂਟ ਦੁਬਾਰਾ ਤੋਂ ਫੇਰ ਤੋਂ ਸੁਣ ਲਓ ਕਿ ਜੇ ਮੇਰਾ ਐਂਗਲ ਆਫ ਇਨਸੀਡੈਂਸ ਇੰਕਰੀਜ਼ ਹੋ ਰਿਹਾ ਤਾਂ ਤੁਹਾਡੇ ਅਕੋਰਡਿੰਗ ਜਿਹੜਾ ਮੇਰਾ ਐਂਗਲ ਆਫ ਡੇਵੀਏਸ਼ਨ ਹੈ ਆਰਾਮ ਨਾਲ ਸੋਚ ਕੇ ਆਨਸਰ ਦਿਓ ਕਿ ਇਹ ਇੰਕਰੀਜ਼ ਹੋਊਗਾ ਕਿ ਡਿਕਰੀਜ਼ ਹੋਊਗਾ ਇਸ ਇਕੁਏਸ਼ਨ ਦੇ ਅਕੋਰਡਿੰਗ। ਹਜੇ ਇਹ ਨਾ ਸਮਝੋ ਕਿ ਇਕੁਏਸ਼ਨ ਦੀ ਡੈਰੀਵੇਸ਼ਨ ਹੋਈ ਆਪਣੀ ਕਿੱਥੋਂ ਹੈ, ਉਹ ਆਪਾਂ ਨੂੰ ਸਿਲੇਬਸ 'ਚ ਨਹੀਂ, ਉਹ ਆਊਟ ਆਫ ਦਾ ਸਿਲੇਬਸ ਹੈ। ਆਪਾਂ ਤਾਂ ਸਿੰਪਲ ਇਸ ਇਕੁਏਸ਼ਨ ਨੂੰ ਯਾਦ ਰੱਖਣਾ। ਇਸ ਇਕੁਏਸ਼ਨ ਨੂੰ ਰੈਫਰੈਂਸ ਰੱਖੋ, ਮੈਂ ਦੇ ਅਕੋਰਡਿੰਗ ਸੋਚੋ ਕਿ ਜੇ ਐਂਗਲ ਆਫ ਆਈ ਇੰਕਰੀਜ਼ ਹੋ ਰਿਹਾ ਤਾਂ ਤੁਹਾਡੇ ਅਕੋਰਡਿੰਗ ਜਿਹੜਾ ਐਂਗਲ ਆਫ ਡੇਵੀਏਸ਼ਨ ਹੈ ਇੰਕਰੀਜ਼ ਹੋਊਗਾ ਕਿ ਡਿਕਰੀਜ਼ ਹੋਊਗਾ। ਹਾਂਜੀ, ਅਭਿਨਵ ਤੁਹਾਡਾ ਆਨਸਰ ਰੋਂਗ ਹੈ, ਜਾਨਵੀ ਤੁਹਾਡਾ ਆਨਸਰ ਬਿਲਕੁਲ ਠੀਕ ਹੈ। ਤਾਂ ਬੱਚੇ ਦੇ ਵਿੱਚ ਕੀ ਹੋਊਗਾ ਦੇਖੋ, ਜਿਉਂ-ਜਿਉਂ ਆਪਣਾ ਐਂਗਲ ਆਈ ਐਂਗਲ ਆਫ ਇਨਸੀਡੈਂਸ ਇੰਕਰੀਜ਼ ਹੋ ਰਿਹਾ, ਦੇਖੋ ਐਂਗਲ ਆਈ ਇੰਕਰੀਜ਼ ਹੋ ਰਿਹਾ ਉਹਨੇ ਉਹਦਾ ਟਵਾਈਸ ਵੀ ਹੋ ਰਿਹਾ। ਓਕੇ ਹੈ ਨਾ, ਮਤਲਬ ਜਿਉਂ-ਜਿਉਂ ਆਪਣਾ ਐਂਗਲ ਆਈ ਇੰਕਰੀਜ਼ ਹੋਊਗਾ ਤਿਉਂ-ਤਿਉਂ ਜਿਹੜਾ ਆਪਣਾ ਐਂਗਲ ਆਫ ਡੇਵੀਏਸ਼ਨ ਆ ਉਹ ਵੀ ਕੀ ਹੋਊਗਾ ਇੰਕਰੀਜ਼ ਹੋਊਗਾ। ਤਾਂ ਇੱਕ ਤਾਂ ਆਪਾਂ ਨੂੰ ਸਮਝ ਲੱਗ ਗਈ ਕਿ ਇਹਦੇ ਨਾਲ ਇਹਦਾ ਡਾਇਰੈਕਟ ਰਿਲੇਸ਼ਨ ਕਿ ਜਿੰਨਾ ਐਂਗਲ ਆਫ ਇਨਸੀਡੈਂਸ ਹਾਈ ਹੈ
ਉਨਾ ਹੀ ਐਂਗਲ ਆਫ ਡੇਵੀਏਸ਼ਨ ਵੀ ਹਾਈ ਹੋਊਗਾ। ਮੀਨਸ ਲਾਈਟ ਆਪਣੀ ਪਾਥ ਤੇ ਉਨਾ ਹੀ ਜ਼ਿਆਦਾ ਡੇਵੀਏਟ ਹੋਊਗੀ। ਇੰਸੀਡੈਂਟ ਰੇ ਤੇ ਇਮਰਜੈਂਟ ਰੇ ਦੇ ਵਿਚਾਲੇ ਉਨਾ ਹੀ ਜ਼ਿਆਦਾ ਐਂਗਲ ਕੀ ਆਊਗਾ, ਹਾਈ ਆਊਗਾ। ਹੁਣ ਸੈਕਿੰਡ ਸੋਚੋ, ਸੈਕਿੰਡ ਹੈਗਾ ਬੱਚੋ ਐਂਗਲ ਆਫ ਪ੍ਰਿਜ਼ਮ। ਇਹਦਾ ਮੈਨੂੰ ਸੋਚ ਕੇ ਆਨਸਰ ਦਿਓ। ਜਿੰਨਾ ਜ਼ਿਆਦਾ ਐਂਗਲ ਆਫ ਪ੍ਰਿਜ਼ਮ ਹਾਈ ਹੋਊਗਾ, ਹੁਣ ਧਿਆਨ ਰੱਖਣਾ ਇਹ ਇਹਦੇ ਵਿੱਚ ਕੀ ਹੋ ਰਿਹਾ, ਸਬਟਰੈਕਟ ਹੋ ਰਿਹਾ। ਤਾਂ ਤੁਹਾਡੇ ਅਕੋਰਡਿੰਗ ਐਂਗਲ ਆਫ ਡੇਵੀਏਸ਼ਨ ਹਾਈ ਹੋਊਗਾ ਕਿ ਲੋ ਹੋਊਗਾ, ਇਨਕਰੀਜ਼ ਹੋਊਗਾ, ਡਿਕਰੀਜ਼ ਹੋਊਗਾ? ਇਹਦਾ ਕੀ ਆਨਸਰ ਹੋਊਗਾ ਬੱਚੋ? ਹਾਂਜੀ ਸਟੂਡੈਂਟਸ, ਆਨਸਰ ਦਿਓ ਮੈਨੂੰ। ਜਿੰਨਾ ਜ਼ਿਆਦਾ ਐਂਗਲ ਆਫ ਪ੍ਰਿਜ਼ਮ, ਹਾਂਜੀ ਜਾਨਵੀ ਤੁਹਾਡਾ ਆਨਸਰ ਬਿਲਕੁਲ ਠੀਕ ਆਇਆ। ਜਿੰਨਾ ਜ਼ਿਆਦਾ ਐਂਗਲ ਆਫ ਪ੍ਰਿਜ਼ਮ ਜ਼ਿਆਦਾ ਹੈ, ਇਹ ਇਹਦੇ ਵਿੱਚੋਂ ਕੀ ਹੋ ਰਿਹਾ, ਸਬਟਰੈਕਟ ਹੋ ਰਿਹਾ ਨਾ, ਉਨਾ ਹੀ ਆਨਸਰ ਕੀ ਹੁੰਦਾ ਰਹੂਗਾ, ਛੋਟਾ ਹੁੰਦਾ ਰਹੂਗਾ। ਤਾਂ ਮੀਨਸ ਜਿਹੜਾ ਆਪਣੇ ਲਵੇ ਐਂਗਲ ਆਫ ਡੇਵੀਏਸ਼ਨ ਹੈ, ਉਨਾ ਹੀ ਬੱਚੋਂ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ। ਮੀਨਸ ਜਿੰਨਾ ਮੈਂ ਪ੍ਰਿਜ਼ਮ ਵੱਡਾ ਮੈਂ ਲਊਂਗਾ, ਆਪਣੀ ਲਾਈਟ ਉਨੀ ਹੀ ਘੱਟ ਐਂਗਲ ਤੇ ਡੇਵੀਏਟ ਹੋਊਗੀ। ਇਹ ਆਪਾਂ ਨੂੰ ਗੱਲ ਸਮਝ ਆ ਗਈ ਨਾ ਹਰੇਕ ਨੂੰ। ਹੁਣ ਰਹਿ ਗਏ ਦੋ ਆਪਣੇ, ਵੇਵ ਲੈਂਥ ਤੇ ਰਿਫਰੈਕਟਿਵ ਇੰਡੈਕਸ। ਦੋਹੇ ਇਹਨੂੰ ਮੈਂ ਇੱਕ ਦੂਜੇ ਨਾਲ ਡਿਨੋਟ ਹੁੰਦੇ ਨੇ। ਦੇਖੋ ਰਿਫਰੈਕਟਿਵ ਇੰਡੈਕਸ ਆਪਾਂ ਨੇ ਸਮਝਿਆ ਸੀ ਇਹ ਇਕੁਅਲ ਹੁੰਦਾ v1/v2, ਜਾਂ ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ ਵੇਵ ਲੈਂਥ ਦੇ ਵਿੱਚ ਵੀ ਇਹਦਾ ਇੱਕ ਫਾਰਮੂਲਾ ਲਿਖਵਾਇਆ ਸੀ, λ1/λ2। ਹੁਣ ਦੇਖੋ ਜਿੰਨਾ ਜ਼ਿਆਦਾ ਰਿਫਰੈਕਟਿਵ ਇੰਡੈਕਸ ਹਾਈ ਹੁੰਦਾ ਸੀ, ਜਿੰਨਾ ਜ਼ਿਆਦਾ ਰਿਫਰੈਕਟਿਵ ਇੰਡੈਕਸ ਹਾਈ ਹੁੰਦਾ ਸੀ, ਉਹਦਾ ਕੀ ਹੁੰਦਾ ਸੀ ਮੀਨਿੰਗ, ਉਹਦੇ ਵਿੱਚ ਲਾਈਟ ਦੀ ਸਪੀਡ ਓਨੀ ਕੀ ਹੋ ਗਈ, ਸਲੋ ਹੋ ਗਈ। ਆਪਾਂ ਨੇ ਸਮਝਿਆ ਸੀ ਜਿਵੇਂ ਤੁਹਾਨੂੰ ਐਨਸੀਈਆਰਟੀ ਦੇ ਵਿੱਚ ਇੱਕ ਆਪਾਂ ਨੂੰ ਕੁਐਸਚਨ ਵੀ ਹੈ ਕਿ ਜਿਵੇਂ ਡਾਇਮੰਡ ਦਾ ਜੇ ਰਿਫਰੈਕਟਿਵ ਇੰਡੈਕਸ 2.21 ਹੈ ਤਾਂ ਉਹਦਾ ਮੀਨਿੰਗ ਕੀ ਆ, ਉਹਦਾ ਮੀਨਿੰਗ ਇਹ ਹੁੰਦਾ ਸੀ ਨਾ ਕਿ ਜੇ ਉਹਦੇ ਵਿੱਚੋਂ ਲਾਈਟ ਪਾਸ ਹੋਊਗੀ ਤਾਂ ਉਹਦੀ ਜਿਹੜੀ ਸਪੀਡ ਹੈ ਲਾਈਟ ਦੀ ਆਪਣੀ ਇਨੀਸ਼ੀਅਲ ਵੈਲਿਊ ਨਾਲੋਂ 1.2.21 ਟਾਈਮਸ ਰਹਿ ਜੂ। ਇਹ ਚੀਜ਼ ਹਰੇਕ ਬੱਚੇ ਨੇ ਸਮਝੀ ਹੋਈ ਹੈ। ਐ ਵੀ ਮੈਂ ਇਹ ਤੁਹਾਨੂੰ ਉਰੇ ਸਮਝਾ ਰਿਹਾ, ਦੇਖੋ ਕਿ ਜੇ ਜਿੰਨਾ ਜ਼ਿਆਦਾ ਇਹਦਾ ਰਿਫਰੈਕਟਿਵ ਇੰਡੈਕਸ ਹਾਈ ਹੋਊਗਾ ਆਪਣੇ ਪ੍ਰਿਜ਼ਮ ਦਾ, ਉਹਦੇ ਵਿੱਚ ਲਾਈਟ ਦੀ ਸਪੀਡ ਉਨੀ ਕੀ ਹੋ ਜੂਗੀ, ਸਲੋ ਹੋ ਜੂਗੀ। ਜਿੰਨੀ ਜ਼ਿਆਦਾ ਲਾਈਟ ਦੀ ਸਪੀਡ ਸਲੋ ਹੋਊਗੀ, ਉਨੀ ਉਹਦੇ ਵਿੱਚ ਕੀ ਹੋ ਰਹੀ ਹੈ, ਸ਼ਾਬਾਸ਼, ਰਿਫਰੈਕਸ਼ਨ ਹੋ ਰਹੀ। ਜਿੰਨੀ ਜ਼ਿਆਦਾ ਰਿਫਰੈਕਸ਼ਨ ਹੋ ਰਹੀ ਹੈ ਮੀਨਸ ਲਾਈਟ ਉਨੀ ਹੀ ਪਾਥ ਤੋਂ ਕੀ ਹੋਊਗੀ, ਡੇਵੀਏਟ ਹੋਊਗੀ। ਮਤਲਬ ਰਿਫਰੈਕਟਿਵ ਇੰਡੈਕਸ ਦੇ ਨਾਲ ਵੀ ਇਹਦਾ ਕੀ ਹੈ, ਡਾਇਰੈਕਟ ਰਿਲੇਸ਼ਨ। ਇਹ ਥੋੜੀ ਜਿਹੀ ਕਨਫਿਊਜ਼ਨ ਹੋਊਗੀ, ਇੱਕ ਵਾਰ ਰਿਪੀਟ ਹੋ ਰਿਹਾ, ਦੇਖੋ ਜਿੰਨਾ ਜ਼ਿਆਦਾ ਪ੍ਰਿਜ਼ਮ ਦਾ ਰਿਫਰੈਕਟਿਵ ਇੰਡੈਕਸ ਹਾਈ ਹੈ, ਉਹਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਲਾਈਟ ਦੀ ਸਪੀਡ ਉਨੀ ਜ਼ਿਆਦਾ ਸਲੋ ਡਾਊਨ ਹੋ ਰਹੀ ਹੈ। ਜਿੰਨੀ ਜ਼ਿਆਦਾ ਲਾਈਟ ਦੀ ਸਪੀਡ ਸਲੋ ਡਾਊਨ ਹੋ ਰਹੀ ਹੈ ਮੀਨਸ ਲਾਈਟ ਉਨੀ ਹੀ ਜ਼ਿਆਦਾ ਰਿਫਰੈਕਟ ਹੋ ਰਹੀ ਹੈ। ਲਾਈਟ ਜਿੰਨੀ ਜ਼ਿਆਦਾ ਰਿਫਰੈਕਟ ਹੋ ਰਹੀ ਹੈ ਮੀਨਸ ਓਬਵੀਅਸਲੀ ਹੈ ਕਿ ਉਹਦੇ ਵਿੱਚ ਲਾਈਟ ਉਨੀ ਜ਼ਿਆਦਾ ਬੈਂਟ ਹੋਗੀ। ਜਿੰਨੀ ਲਾਈਟ ਜ਼ਿਆਦਾ ਬੈਂਟ ਹੋਗੀ ਤਾਂ ਐਂਗਲ ਆਫ ਡੇਵੀਏਸ਼ਨ ਵੀ ਕੀ ਹੋ ਜਾਊਗਾ ਬੱਚੋ, ਆਪਣਾ ਇੰਕਰੀਜ਼ ਹੀ ਹੋ ਜਾਊਗਾ ਨਾ। ਤਾਂ ਮੀਨਸ ਰਿਫਰੈਕਟਿਵ ਇੰਡੈਕਸ ਦੇ ਨਾਲ ਇਹਦਾ ਡਾਇਰੈਕਟ ਰਿਲੇਸ਼ਨ ਆ ਗਿਆ। ਉਹ ਤੋਂ ਕੀ ਆਉਂਦੇ ਆਪਾਂ ਵੇਵ ਲੈਂਥ ਤੇ। ਵੇਵ ਲੈਂਥ ਦੇ ਨਾਲ ਦੇਖੋ ਰਿਫਰੈਕਟਿਵ ਇੰਡੈਕਸ ਦਾ ਮੈਂ ਤੁਹਾਨੂੰ ਇਹ ਹਮੇਸ਼ਾ ਬਾਰ-ਬਾਰ ਉਦੋਂ ਰਿਪੀਟ ਹੁੰਦਾ ਸੀ ਕਿ ਜਿਸ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਨਿਕਾਲਣਾ ਹੈ ਉਸ ਦੀ ਵੇਵਲੈਂਥ ਹਮੇਸ਼ਾ ਡਿਨੋਮੀਨੇਟਰ 'ਚ ਰੱਖਣੀ। ਤਾਂ ਆਪਾਂ ਨੂੰ ਇਹ 'ਚ ਕੀ ਆਈਡੀਆ ਹੋ ਰਿਹਾ, ਜਿੰਨੀ ਜ਼ਿਆਦਾ ਵੇਵਲੈਂਥ ਹਾਈ ਹੋਊਗੀ ਉਨਾ ਹੀ ਰਿਫਰੈਕਟਿਵ ਇੰਡੈਕਸ ਆਪਣਾ ਲੋ ਹੋ ਜਾਊਗਾ ਕਿਉਂਕਿ ਡਿਨੋਮੀਨੇਟਰ 'ਚ ਹੈ। ਜਿੰਨਾ ਰਿਫਰੈਕਟਿਵ ਇੰਡੈਕਸ ਲੋ ਹੋ ਗਿਆ ਮੀਨਸ ਲਾਈਟ ਦੀ ਉਨੀ ਲੋ ਕੀ ਹੋ ਰਹੀ ਹੈ, ਰਿਫਰੈਕਸ਼ਨ ਹੋ ਰਹੀ ਹੈ। ਜਿੰਨੀ ਲਾਈਟ ਦੀ ਲੋ ਰਿਫਰੈਕਸ਼ਨ ਹੋ ਰਹੀ ਹੈ ਉਨੀ ਲਾਈਟ ਆਪਣੀ ਲੋ ਬੈਂਟ ਹੋ ਰਹੀ ਹੈ। ਜੇ ਆਪਣੀ ਲਾਈਟ ਲੋ ਬੈਂਟ ਹੋ ਰਹੀ ਹੈ ਮੀਨਸ ਉਹਦਾ ਐਂਗਲ ਆਫ ਡੇਵੀਏਸ਼ਨ ਵੀ ਕੀ ਹੋ ਜਾਊਗਾ, ਲੋ ਹੋਗਾ, ਲੈਸ ਹੋਗਾ, ਇੰਨਾ ਨਹੀਂ ਹੋਣਾ ਹੈਗਾ। ਮਤਲਬ ਵੇਵ ਲੈਂਥ ਦੇ ਨਾਲ ਇਹਦਾ ਇਨਡਾਇਰੈਕਟ ਰਿਲੇਸ਼ਨ ਹੈ। ਐਂਗਲ ਆਫ ਪ੍ਰਿਜ਼ਮ ਦੇ ਨਾਲ ਵੀ ਆਪਣਾ ਇਨਡਾਇਰੈਕਟ ਰਿਲੇਸ਼ਨ ਹੈ ਸੀ ਤੇ ਵੇਵ ਲੈਂਥ ਦੇ ਨਾਲ ਵੀ। ਸਾਰੀ ਚੀਜ਼ ਇੱਕ ਵਾਰ ਫੇਰ ਤੋਂ ਕਲੀਅਰਲੀ ਰਿਪੀਟ ਹੋ ਰਹੀ ਹੈ, ਆਰਾਮ ਨਾਲ ਇਹਨੂੰ ਸੁਣੋ, ਕੋਈ ਆਪਾਂ ਨੂੰ ਜ਼ਿਆਦਾ ਕਾਹਲੀ ਨਹੀਂ। ਦੇਖੋ ਮੈਂ ਤੁਹਾਨੂੰ ਸਮਝਾ ਰਿਹਾ ਸੀ ਰਿਫਰੈਕਸ਼ਨ ਥਰੂ ਪ੍ਰਿਜ਼ਮ। ਆਪਣੇ ਲਈ ਵੀ ਇੱਕ ਲਾਈਟ ਆ ਰਹੀ ਹੈ, ਜਿਹੜੀ ਮੈਨੇ ਲਾਈਟ ਲਿੱਤੀ ਆ ਉਹ ਹੈਗੀ ਆ ਮੋਨੋਕ੍ਰੋਮੈਟਿਕ ਲਾਈਟ ਹੈ। ਇਹਦਾ ਮੀਨਿੰਗ ਕੀ ਹੁੰਦਾ, ਸਿੰਗਲ ਵੇਵ ਲੈਂਥ ਦੀ ਲਾਈਟ ਹੈ ਕਿ ਉਹਦੇ ਵਿੱਚ ਇੱਕੋ ਹੀ ਰੰਗ ਹੈ, ਜਾਂ ਤਾਂ ਰੈੱਡ ਹੈ ਜਾਂ ਬਲੂ ਹੈ ਜਾਂ ਗ੍ਰੀਨ ਹੈ। ਜਾਣੀ ਕਿ ਉਹ ਅੱਗੇ ਜਾ ਕੇ ਇਹਦੇ ਵਾਂਗੂ
ਪਰਜ਼ ਨਹੀਂ ਹੋ ਸਕਦੀ, ਅੱਗੇ ਡਿਵੀਜ਼ਨ ਨਹੀਂ ਹੋ ਸਕਦੀ, ਮੈंने ਕੋਈ ਅਜਿਹੀ ਲਿੱਤੀ ਹੈ ਲਾਈਟ। ਓਕੇ, ਤਾਂ ਕਿ ਹਜੇ ਮੇਰਾ ਜਸਟ ਮਕਸਦ ਇਹ ਹੈ ਕਿ ਮੈਨੂੰ ਇਕੱਲਾ ਰਿਫਰੈਕਸ਼ਨ ਨੂੰ ਸਮਝਣਾ। ਲਾਈਟ ਆਈ, ਉਰੋਂ ਦੀ ਇੱਕ ਨਾਰਮਲ ਡਰਾ ਹੋਇਆ। ਜਦੋਂ ਲਾਈਟ ਰੇਅਰਰ ਤੋਂ ਡੈਂਸਰ ਦੇ ਵੱਲ ਮੂਵ ਹੁੰਦੀ ਹੈ ਤਾਂ ਕੀ ਹੁੰਦਾ, ਇਟ ਵਿਲ ਬੈਂਡ ਟੂਵਰਡਸ ਦ ਨਾਰਮਲ, ਇਧਰ ਨੂੰ ਹੋਗੀ ਬੈਂਡ। ਜਦੋਂ ਲਾਈਟ ਆਪਣੀ ਇਧਰੋਂ ਤੇ ਇੱਧਰ ਜਾਊਗੀ, ਡੈਂਸਰ ਤੋਂ ਰੇਅਰ ਤਾਂ ਉੱਪਰ ਨੂੰ ਹੋਗੀ ਤੁਹਾਡੀ, ਦੇਖੋ ਐਂ ਹੋ ਰਿਹਾ ਨਾ, ਦੇਖੋ ਅਵੇ, ਦੇਖੋ ਇਹ ਹੈਗਾ ਆਪਣੇ ਵੇ ਨਾਰਮਲ N2, ਇਹ ਕੀ ਹੋ ਗਿਆ, ਅਵੇ ਫਰੋਮ ਦਾ ਨਾਰਮਲ, ਨੀਚੇ ਨੂੰ ਆ ਗਈ ਲਾਈਟ। ਇਹਦੀ ਦੋ ਵਾਰ ਰਿਫਰੈਕਸ਼ਨ ਹੋ ਰਹੀ ਹੈ, ਜਿਵੇਂ ਆਪਣੇ ਗਲਾਸ ਲੈਬ ਦੇ ਵਿੱਚ ਸਮਝਿਆ ਸੀ, ਉਹਦਾ ਆਪਣੇ ਕੀ ਨਾਮ ਰੱਖਤਾ ਸੀ, ਇਮਰਜੈਂਟ ਰੇ ਰੱਖਤਾ ਸੀ। ਇਹਦਾ ਕੀ ਨਾਮ ਰੱਖਿਆ ਆਪਣੇ, ਇਨਸੀਡੈਂਟ ਰੇ। ਤਾਂ ਉਰੇ ਆਪਣੀ ਕੀ ਬਣ ਗਈ ਸੀ, ਐਂਗਲ ਆਫ ਡਿਵੀਏਸ਼ਨ ਦੀ ਡੈਫੀਨੇਸ਼ਨ, ਕਿ the angle between incident ray and the emergent ray is known as the angle of deviation। ਕਿ ਇਹ ਤੋਂ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਲਾਈਟ ਐਵੇਂ ਆ ਰਹੀ ਸੀ, ਹੋ ਐਵੇਂ ਗਈ, ਕਿ ਲਾਈਟ ਕਿੰਨੇ ਐਂਗਲ ਤੇ ਬੈਂਟ ਹੋਗੀ, ਉਹੀ ਆਪਣਾ ਕੀ ਹੁੰਦਾ, ਐਂਗਲ ਆਫ ਡਿਵੀਏਸ਼ਨ ਹੁੰਦਾ। ਇਹ ਤਾਂ ਦੇਖੋ ਆਪਾਂ ਨੂੰ ਕਲੀਅਰ ਹੈ, ਇਹ ਤਾਂ ਉਲਝਣ ਨਹੀਂ ਕੋਈ ਆਪਣੇ ਦੇ ਵਿੱਚ, ਓਕੇ ਹੈ ਨਾ। ਹਾਂਜੀ, ਹੁਣ ਦੇਖੋ ਅੱਗੇ ਮੈਂ ਤੁਹਾਨੂੰ ਸਮਝਾ ਰਿਹਾ ਸੀ ਕਿ ਕਿਹੜੇ ਕਿਹੜੇ ਫੈਕਟਰਸ ਉੱਤੇ ਜਿਹੜਾ ਆਪਣਾ ਐਂਗਲ ਆਫ ਡਿਵੀਏਸ਼ਨ ਹੈ ਡਿਪੈਂਡ ਹੁੰਦਾ। देखो नंबर 1 मैंने उरे लिखा फैक्टर एंगल ऑफ इंसिडेंस, सेकंड लिखा एंगल ऑफ प्रिज्म, थर्ड लिखा वेवलेंथ ऑफ द इंसिडेंट लाइट, फोर्थ लिखा मैंने रिफ्रैक्टिव इंडेक्स ऑफ द प्रिज्म। ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਜੇ ਤੁਹਾਨੂੰ ਇਹਨਾਂ ਫੈਕਟਰਸ ਨੂੰ ਯਾਦ ਰੱਖਣਾ ਹੈ, ਕਿਉਂਕਿ ਬੁੱਕ 'ਚ ਤਾਂ ਡਾਇਰੈਕਟ ਲਿਖ ਰੱਖੇ ਨੇ, ਉਹਨਾਂ ਨੂੰ ਯਾਦ ਰੱਖਣਾ ਔਖਾ ਹੈ ਥੋੜਾ ਜਿਹਾ। ਮੈंने ਇੱਕ 12th ਕਲਾਸ ਦੀ ਇਕੁਏਸ਼ਨ ਲਿਖਤੀ, ਬੇਸ਼ੱਕ ਇਹ ਇਕੁਏਸ਼ਨ ਆਪਾਂ ਨੂੰ ਸਿਲੇਬਸ ਨੇ, ਮੈਂ ਤੁਹਾਨੂੰ ਕਿਹਾ ਫਿਰ ਵੀ ਇਸ ਨੂੰ ਯਾਦ ਰੱਖ ਲਓ, ਕਿਉਂਕਿ ਇਹਦੇ ਨਾਲ ਆਪਾਂ ਨੂੰ ਇਹਦੇ ਰਿਜ਼ਲਟ ਈਜ਼ੀਲੀ ਹੋ ਜਾਂਦੇ ਨੇ, ਆਪਣੇ ਯਾਦ ਸਮਝ ਆਣੇ ਸਟਾਰਟ ਹੋ ਜਾਂਦੇ ਨੇ ਕਿ ਐਵੇਂ ਕਿਉਂ ਹੁੰਦਾ। ਦੇਖੋ ਰਿਜ਼ਲਟ ਮੈंने ਉਰੇ ਕੀ ਲਿਖਿਆ ਕਿ ਜਿਹੜਾ ਆਪਣਾ ਐਂਗਲ ਆਫ ਡਿਵੀਏਸ਼ਨ ਹੈ ਉਹ ਟਵਾਈਸ ਆਫ ਐਂਗਲ ਇਨਸੀਡੈਂਸ ਮਾਈਨਸ ਇਹ ਕੀ ਹੈ, ਐਂਗਲ ਆਫ ਦਾ ਪ੍ਰਿਜ਼ਮ, ਜਿਹੜਾ ਵਰਟੈਕਸ ਦਾ ਐਂਗਲ ਹੁੰਦਾ ਉਹਦੇ ਇਕੁਅਲ ਹੁੰਦਾ। ਇਹ ਆਪਾਂ ਨੂੰ ਰਿਜ਼ਲਟ ਆਪਾਂ ਨੂੰ ਯਾਦ ਹੋ ਜਾਊਗਾ, ਈਜ਼ੀ ਹੈ। ਦੇਖੋ ਇਹਦਾ ਕੋਈ ਔਖਾ ਨਹੀਂ ਹੈਗਾ, ਰਿਜ਼ਲਟ ਵੀ ਯਾਦ ਰੱਖਣਾ ਇਸ ਨੂੰ। ਹੁਣ ਦੇਖੋ ਨੰਬਰ 1 ਤੇ ਆ ਰਿਹਾ ਸੀ ਐਂਗਲ ਆਫ ਇਨਸੀਡੈਂਸ। ਦੇਖੋ ਐਂਗਲ ਆਫ ਇਨਸੀਡੈਂਸ ਤਾਂ ਐਡ ਹੋ ਰਿਹਾ ਨਾ, ਉਹਦੇ ਅੱਗੇ ਐਡੀਸ਼ਨ ਦਾ ਸਾਈਨ, ਮਤਲਬ ਜਿੰਨਾ ਆਪਣਾ ਐਂਗਲ ਆਫ ਇਨਸੀਡੈਂਸ ਇੰਕਰੀਜ਼ ਹੁੰਦਾ ਰਹੂਗਾ, ਉਨਾ ਹੀ ਆਪਣਾ ਐਂਗਲ ਆਫ ਡੇਵੀਏਸ਼ਨ ਵੀ ਕੀ ਹੁੰਦਾ ਰਹੂ, ਇੰਕਰੀਜ਼ ਹੁੰਦਾ ਰਹੂ। ਅੱਗੇ ਆਂਦਾ ਐਂਗਲ ਆਫ ਪ੍ਰਿਜ਼ਮ, ਇਹ ਕੀ ਹੁੰਦਾ ਸੀ, ਐਂਗਲ ਆਫ ਪ੍ਰਿਜ਼ਮ, ਇਹ ਕੀ ਹੋ ਰਿਹਾ, ਸਬਟਰੈਕਟ ਹੋ ਰਿਹਾ। ਜੇ ਇਹ ਸਬਟਰੈਕਟ ਹੋਊਗਾ ਤਾਂ ਇਹਦਾ ਕੀ ਹੋਊਗਾ ਮੀਨਿੰਗ, ਕਿ ਜਿੰਨਾ ਜ਼ਿਆਦਾ ਐਂਗਲ ਆਫ ਪ੍ਰਿਜ਼ਮ ਹਾਈ ਹੋਊਗਾ, ਐਂਗਲ ਆਫ ਡੇਵੀਏਸ਼ਨ ਉਨਾ ਹੀ ਕੀ ਹੋ ਜੂ, ਲੋ ਹੋ ਜੂ। ਅੱਗੇ ਹੈਗਾ ਰਿਫਰੈਕਟਿਵ ਇੰਡੈਕਸ। ਰਿਫਰੈਕਟਿਵ ਇੰਡੈਕਸ 'ਚ ਮੈਂ ਤੁਹਾਨੂੰ ਕੀ ਸਮਝਾਇਆ ਸੀ, ਜਿੰਨਾ ਜ਼ਿਆਦਾ ਰਿਫਰੈਕਟਿਵ ਇੰਡੈਕਸ ਹੈ ਉਨਾ ਹੀ ਜ਼ਿਆਦਾ ਲਾਈਟ ਦੀ ਸਪੀਡ ਸਲੋ ਹੋ ਰਹੀ ਹੈ, ਉਨਾ ਹੀ ਰਿਫਰੈਕਸ਼ਨ ਹਾਈ ਹੋ ਰਹੀ ਹੈ। ਜਿੰਨੀ ਰਿਫਰੈਕਸ਼ਨ ਹਾਈ ਹੋ ਰਹੀ ਹੈ, ਲਾਈਟ ਨੇ ਉਨਾ ਹੀ ਜ਼ਿਆਦਾ ਬੈਂਟ ਹੋਣਾ ਹੈ। ਜਿੰਨਾ ਜ਼ਿਆਦਾ ਬੈਂਟ ਹੋਣਾ ਹੈ ਲਾਈਟ ਵਾਸਤੇ, ਐਂਗਲ ਆਫ ਡੇਵੀਏਸ਼ਨ ਵੀ ਬੱਚੋਂ ਕੀ ਹੋ ਜਾਊਗਾ, ਉਨਾ ਹੀ ਜ਼ਿਆਦਾ ਹਾਈ ਹੋ ਜਾਊਗਾ। ਅੱਗੇ ਕੀ ਲਿਖਿਆ ਮੈंने, ਵੇਵਲੈਂਥ। ਵੇਵਲੈਂਥ ਦਾ ਤੁਹਾਨੂੰ ਲਾਸਟ ਲੈਸਨ ਦੇ ਵਿੱਚ ਰਿਲੇਸ਼ਨ ਯਾਦ ਹੋਵੇ, ਆਪਾਂ ਲਿਖਿਆ ਸੀ λ1/λ2, ਜਿਸ ਦੀ ਵੇਵਲੈਂਥ ਨਿਕਾਲਣੀ ਸੋ ਹਮੇਸ਼ਾ ਡਿਨੋਮੀਨੇਟਰ ਚ ਆਉਂਦੀ ਸੀ। ਆਪਾਂ ਨੇ ਕੀ ਸਮਝਿਆ, ਜਿੰਨੀ ਜ਼ਿਆਦਾ ਵੇਵਲੈਂਥ ਹਾਈ ਹੈ, ਰਿਫਰੈਕਟਿਵ ਇੰਡੈਕਸ ਉਨਾ ਹੀ ਕੀ ਹੈ, ਲੋ ਹੈ। ਜਿੰਨਾ ਰਿਫਰੈਕਟਿਵ ਇੰਡੈਕਸ ਲੋ ਹੈ, ਉਨੀ ਲੋ ਉਹਦੇ ਵਿੱਚ ਰਿਫਰੈਕਸ਼ਨ ਹੋਣੀ ਹੈ। ਜਿੰਨੀ ਲੋ ਉਹਦੇ ਵਿੱਚ ਰਿਫਰੈਕਸ਼ਨ ਹੋਣੀ ਹੈ, ਉਨਾ ਹੀ ਉਹਦੇ ਵਿੱਚ ਐਂਗਲ ਆਫ ਡੇਵੀਏਸ਼ਨ ਕੀ ਹੋ ਜਾਊਗਾ, ਲੋ ਹੋ ਜਾਊਗਾ, ਮੀਨਸ ਹੋ ਗਿਆ। ਤਾਂ ਇਹ ਤੋਂ ਕੀ ਰਿਜ਼ਲਟ ਡਰਾਈਵ ਹੁੰਦਾ, ਜੇ ਆਪਾਂ ਵੇਵਲੈਂਥ ਦੇ ਅਕੋਰਡਿੰਗ ਸੋਚੀਏ, ਮੈਂ ਹੁਣ ਜੀ ਇੱਕ ਰਿਲੇਸ਼ਨ ਲਿਖਿਆ ਸੀ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ। ਆਪਾਂ ਨੇ ਕੀ ਸਮਝਿਆ ਸੀ ਕਿ ਇੱਧਰ ਨੂੰ ਆਂਦੇ ਨੂੰ ਜਿਹੜੀ ਆਪਣੀ ਵੇਵ ਲੈਂਥ ਹੈ ਕੀ ਹੁੰਦੀ ਹੈ, ਇੰਕਰੀਜ਼ ਹੁੰਦੀ ਹੈ। ਮੀਨਸ ਰੈਡ ਕਲਰ ਦੀ ਵੇਵ ਲੈਂਥ ਕੀ ਹੈ, ਸਭ ਤੋਂ ਮੈਕਸਿਮਮ ਹੈ। ਜਿਹਦੀ ਵੇਵ ਲੈਂਥ ਸਭ ਤੋਂ ਜ਼ਿਆਦਾ ਹਾਈ ਹੈ, ਇਹਦਾ ਕੀ ਹੋ ਗਿਆ ਮੀਨਿੰਗ, ਇਹਦਾ ਰਿਫਰੈਕਟਿਵ ਇੰਡੈਕਸ ਸਭ ਤੋਂ ਜ਼ਿਆਦਾ ਲੋ ਹੈ। ਜੇ ਸਭ ਤੋਂ ਜ਼ਿਆਦਾ ਰਿਫਰੈਕਟਿਵ ਇੰਡੈਕਸ ਲੋ ਹੈ ਤਾਂ ਸਭ ਤੋਂ ਲੋ ਇਹਦੀ ਰਿਫਰੈਕਸ਼ਨ ਹੋਣੀ ਹੈ। ਜੇ ਸਭ ਤੋਂ ਲੋ ਇਹਦੀ ਰਿਫਰੈਕਸ਼ਨ ਹੋਣੀ ਹੈ ਤਾਂ ਸਭ ਤੋਂ ਲੋ ਐਂਗਲ ਆਫ ਡੇਵੀਏਸ਼ਨ ਵੀ ਇਹਦੇ ਵਾਸਤੇ ਹੀ ਹੋਊਗਾ। ਤਾਂ ਮੀਨਸ ਬੇਸ਼ੱਕ ਇਸ ਦੀ ਵੇਵਲੈਂਥ ਕੀ ਹੈ, ਮੈਕਸਿਮਮ ਹੈ, ਲੇਕਿਨ ਇਹਦੇ ਵਾਸਤੇ ਜਿਹੜਾ ਐਂਗਲ ਆਫ ਡੇਵੀਏਸ਼ਨ ਹੋਊਗਾ ਉਹ ਹਮੇਸ਼ਾ ਕੀ ਰਹਿਣਾ, ਮਿਨੀਮਮ ਰਹਿਣਾ। ਇਹ ਪੁਆਇੰਟ ਨੂੰ ਯਾਦ ਰੱਖਣਾ ਹੈ। ਇਹ ਤੋਂ ਉਲਟ ਆਪਣੇ ਵਾਸਤੇ ਜਿਹੜਾ ਵਾਇਲਟ ਰੰਗ ਹੈ, ਉਹਦੀ ਜਿਹੜੀ ਵੇਵ ਲੈਂਥ ਹੈ ਸਭ ਤੋਂ ਕੀ ਹੈ, ਲੋਵੈਸਟ ਹੈ, ਲੇਕਿਨ ਇਹਨੇ ਸਭ ਤੋਂ ਜ਼ਿਆਦਾ ਬੈਂਟ ਹੋਣਾ ਹੈ, ਕਿਉਂਕਿ ਇਹਦੇ ਵਾਸਤੇ ਜਿਹੜਾ ਐਂਗਲ ਆਫ ਡੇਵੀਏਸ਼ਨ ਹੈ ਬੱਚੋਂ ਕੀ ਹੋ ਜਾਊਗਾ, ਮੈਕਸਿਮਮ ਹੋ ਜਾਊਗਾ। ਕਿਉਂਕਿ ਜੇ ਵੇਵ ਲੈਂਥ ਲੋ ਹੈ, ਰਿਫਰੈਕਟਿਵ ਇੰਡੈਕਸ ਇਹਦੇ ਵਾਸਤੇ ਹਾਈ ਹੋ ਜਾਊ, ਰਿਫਰੈਕਟਿਵ ਇੰਡੈਕਸ ਹਾਈ ਹੋ ਜਾਊ ਤਾਂ ਰਿਫਰੈਕਸ਼ਨ ਜ਼ਿਆਦਾ ਹੋ, ਰਿਫਰੈਕਸ਼ਨ ਜ਼ਿਆਦਾ ਹੋਊਗਾ ਤਾਂ ਐਂਗਲ ਆਫ ਡੇਵੀਏਸ਼ਨ ਵੀ ਜ਼ਿਆਦਾ। ਓਕੇ।